ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਬਹੁਤ ਕਿਰਪਾ ਹੋਈ ਹੈ ਜੋ ਇਹ ਅਸੀਂ ਨਵੀਂ ਵੀਡੀਓਜ਼ ਰਿਲੀਜ਼ ਕਰ ਰਹੇ ਹਾਂ ਕਿ ਆਪ ਜੀ ਨੂੰ ਦੱਸਣਾ ਚਾਹ ਰਹੇ ਹਾਂ ਕਿ ਗੁਰਮਤਿ ਕੀ ਹੈ ਔਰ ਗੁਰਮਤਿ ਕਿਉਂ ਜ਼ਰੂਰੀ ਹੈ ਅਕਾਲ ਪੁਰਖ ਤੱਕ ਪਹੁੰਚਣ ਲਈ। ਅਤੇ ਇੱਦਾਂ ਹੀ ਖੋਜ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਗਰ ਵਿੱਚੋਂ ਇੱਕ ਹੋਰ ਬਹੁਤ ਹੀ ਪਿਆਰਾ ਅੰਗ 691 Ang 691 on Shri Guru Granth Sahib Ji is printed. So there's a very beautiful lines that really tell us कि गुरु क्यों ਜ਼ਰੂਰੀ ਹੈ ਅਕਾਲ ਪੁਰਖ ਤੱਕ ਪਹੁੰਚਣ ਲਈ ਤੇ ਅਕਾਲ ਪੁਰਖ ਵੀ ਕਿਉਂ ਜ਼ਰੂਰੀ ਹੈ। ਦੋਨਾਂ ਦੀ ਇੱਕ ਕਹਿ ਲਓ ਦੱਸੀ ਹੈ ਇੰਪੋਰਟੈਂਸ। ਅਕਾਲ ਪੁਰਖ ਇੰਪੋਰਟੈਂਟ ਕਿਉਂ ਹੈ ਤੇ ਗੁਰੂ ਦੀ ਇੰਪੋਰਟੈਂਸ ਕਿਉਂ ਹੈ ਉਹਦੇ ਤੱਕ ਪਹੁੰਚਣ ਲਈ। ਸੋ ਆਓ ਆਪਾਂ ਸ਼ਬਦ ਨੂੰ ਪਹਿਲਾਂ ਪੜ੍ਹੀਏ ਤੇ ਫਿਰ ਬਾਅਦ 'ਚੋਂ ਥੋੜ੍ਹਾ ਜਿਹਾ ਵਿਚਾਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਓ। ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਓ। ਭਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁਖ ਨਾ ਸੋਏ। ਧੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੀ ਫਾਸੇ। ਭੈ ਭਰਮ ਨਾਠੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਐ। ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ। ਭੈ ਭਰਮ ਨਾਠੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਐ। ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ। ਵਾਹਿਗੁਰੂ। ਸੋ ਇਹ ਬਹੁਤ ਹੀ ਪਾਵਨ ਸ਼ਬਦ ਹਨ। ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਪੜ੍ਹਦੇ ਹਾਂ ਅਤੇ ਪੜ੍ਹਨਾ ਕੋਈ ਮਾੜਾ ਨਹੀਂ, ਪੜ੍ਹਨਾ ਵੀ ਬਹੁਤ ਜ਼ਰੂਰੀ ਹੈ, ਪਰ ਸਮਝ ਕੇ ਪੜ੍ਹਨਾ ਬਹੁਤ ਜ਼ਰੂਰੀ ਹੈ। ਕਿਉਂਕਿ ਪੜ੍ਹਨਾ ਇੱਕ ਕੋਸ਼ਿਸ਼ ਹੈ, ਉਹ ਵੀ ਕੋਈ ਮਾੜੀ ਨਹੀਂ, ਕੋਸ਼ਿਸ਼ ਕਰੋ, ਪਰ ਕੋਸ਼ਿਸ਼ ਇਹ ਵੀ ਕਰੋ ਕਿ ਸਮਝੀਏ ਵੀ। ਅਤੇ ਸਮਝ ਕੇ ਪੜ੍ਹ ਕੇ ਫਿਰ ਬਹੁਤ ਮਜ਼ਾ ਆਊਗਾ, ਫਿਰ ਸਮਝ ਵੀ ਆਊਗੀ, ਫਿਰ ਆਨੰਦ ਵੀ ਮਿਲਦਾ ਹੈ, ਗੁਰੂ ਸਮਝ ਆਉਂਦਾ ਹੈ, ਫਿਰ ਗੁਰੂ ਦਿਖਦਾ ਹੈ, ਗੁਰੂ ਨਾਨਕ ਦਿਖਦਾ ਹੈ ਸ਼ਬਦਾਂ 'ਚੋਂ, ਸਮਝ ਆਉਂਦੀ ਹੈ ਗੁਰੂ ਨਾਨਕ ਕੀ ਕਹਿ, ਗੁਰੂ ਨਾਨਕ ਦੇ ਫੀਲਿੰਗ ਸਮਝ ਆਉਂਦੇ ਹਨ। ਇੱਥੇ ਹੁਣ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਫੀਲਿੰਗ ਸਮਝ ਆਉਣਗੇ, ਉਹ ਕੀ ਸਮਝਾਉਣਾ ਚਾਹ ਰਹੇ ਨੇ ਉਸ ਅਕਾਲ ਪੁਰਖ ਬਾਰੇ, ਅਤੇ ਆਪਣੀ ਵਿੱਦਿਆ ਜਿਹੜੀ ਉਹ ਤੁਹਾਨੂੰ ਦੇਣਾ ਚਾਹ ਰਹੇ ਨੇ ਉਹਦੇ ਬਾਰੇ। ਇਸ ਕਰਕੇ ਚਲੋ ਪਹਿਲੀ ਲਾਈਨ ਦਾ ਵਿਚਾਰ ਤੋਂ ਲਈਏ। ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਓ। ਉਹ ਕਹਿੰਦੇ ਸਤਿਗੁਰ ਜਿਹੜਾ ਸੱਚਾ ਗੁਰੂ ਹੈ ਉਹ ਦੀਨ ਹੈ, ਉਹ ਦਿਆਲੂ ਹੈ, ਜਿਸ ਦੇ ਸੰਗ ਜਿਹਨੂੰ ਤੁਸੀਂ ਮਿਲ ਕੇ, ਜਿਹਦੇ ਕੋਲ ਜਾ ਕੇ, ਜਿਹਦੀ ਵਿੱਦਿਆ ਜਿੱਥੋਂ ਅਸੀਂ ਲੈਂਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ, ਜਿੱਥੋਂ ਤੁਸੀਂ ਵਿੱਦਿਆ ਲੈ ਕੇ ਹਰੀ ਦੇ ਗੁਣ ਗਾ ਸਕਦੇ ਹੋ। ਕਹਿੰਦੇ ਫਿਰ ਕਹਿੰਦੇ ਅੰਮ੍ਰਿਤ ਹਰ ਕਾ ਨਾਮ, ਸਦਾ ਰਹਿਣ ਵਾਲਾ ਹਰੀ ਦਾ ਇੱਕ ਜੋ ਨਾਮ ਹੈ। ਸਾਧ ਸੰਗ ਗਾਵੀਐ ਜੀ, ਉਹ ਸਾਧ ਸੰਗਤ ਵਿੱਚ ਜਾ ਕੇ ਮਿਲਦਾ ਹੈ। ਇਸ ਕਰਕੇ ਸੰਗਤ ਜ਼ਰੂਰੀ ਹੈ। ਸੰਗਤ ਵਿੱਚ ਜਾ ਕੇ ਅਸੀਂ ਆਪਣੀ ਜੋ ਸੱਚ ਦੀ ਇੱਕ ਲਿਸਟ ਹੈ ਉਹਦੇ ਉੱਤੇ ਐਡ ਕਰ ਸਕਦੇ ਹਾਂ, ਜਿੰਨਾ ਵੀ ਸੱਚ ਅਸੀਂ ਧਾਰਨ ਕਰਨਾ ਚਾਹ ਰਹੇ ਹਾਂ ਹਰੀ ਬਾਰੇ। ਸੋ ਯੂ ਕੈਨ ਐਡ ਔਨ ਟੂ ਯੂਰ ਟਰੂਥ ਲਿਸਟ when you do ਸਾਧ ਸੰਗਤ, you know. So next line says ਭਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁੱਖ ਨਾ ਸਏ। ਉਹ ਕਹਿੰਦੇ ਭਜ ਸੰਗ ਸਾਧੂ, ਸਾਧ ਸੰਗਤ ਵਿੱਚ ਜਾ ਕੇ ਉਹਦਾ ਭਜਨ ਕਰਨਾ ਅਤੇ ਕੀ ਹੁੰਦਾ ਉਹਦੇ ਨਾਲ। ਕਹਿੰਦੇ ਫਿਰ ਉਹੀ ਗੱਲ ਦੁਬਾਰਾ ਰਿਪੀਟ ਕੀਤੀ। ਕਹਿੰਦੇ ਫਿਰ ਤੁਸੀਂ ਉਸ ਇੱਕ ਨੂੰ ਅਰਾਧ ਸਕਦੇ ਹੋ, ਉਹਨੂੰ ਪਾ ਸਕਦੇ ਹੋ, ਜਿਹਦੇ ਨਾਲ ਕੀ ਹੋਏਗਾ, ਜਨਮ ਮਰਨ ਦੁੱਖ ਨਾਸੇ। ਜਨਮ ਮਰਨ ਦਾ ਜੋ ਸਾਡੇ ਡਰ ਹੈ ਅਤੇ ਜਿਹੜੇ ਦੁੱਖ ਹਨ ਉਹ ਸਾਰੇ ਦੂਰ ਚਲੇ ਜਾਂਦੇ ਹਨ, ਕਿਉਂਕਿ ਤੁਸੀਂ ਹਰੀ ਦਾ ਨਾਮ ਹੀ ਕੇਵਲ ਆਪਣੇ ਅੰਦਰ ਪਾ ਲਿਆ ਹੈ ਅਤੇ ਹਰੀ ਨੂੰ ਮੰਨ ਲਿਆ ਹੈ ਕਿ ਮੰਨੇ ਕੀ ਗਤ ਕਹੀ ਨਾ ਜਾਏ, ਮੰਨਣ ਦੀ ਮਹਾਨਤਾ ਨਹੀਂ। ਸੋ ਅਗਲੀ ਲਾਈਨ ਕਹਿੰਦੀ ਹੈ ਧੁਰ ਕਰਮ ਲਿਖਿਆ ਸਾਚ ਸਿੱਖਿਆ ਕੱਟੀ ਜਮ ਕੀ ਫਾਸੇ। ਉਹ ਕਹਿੰਦੇ ਜੇ ਤਾਂ ਚੰਗੇ ਕਰਮ ਹੋਣ, ਉੱਤੋਂ ਦੀ ਕੋਈ ਮੱਥੇ 'ਤੇ ਜਿਹੜੇ ਤੁਹਾਡੇ ਲੇਖ ਲਿਖੇ ਹੋਏ ਹਨ, ਕਹਿੰਦੇ ਕਿ ਜਿਹਦੇ ਚੰਗੇ ਕਰਮ ਆਏ ਹੋਣ, ਧੁਰੋਂ ਲਿਖਿਆ ਆਇਆ ਹੋਇਆ ਸਾਰਾ ਕੁਛ, ਕਹਿੰਦੇ ਤਾਂ ਹੀ ਸੱਚ ਸਿੱਖਦਾ ਹੈ ਕੋਈ, ਤਾਂ ਹੀ ਜਮਾਂ ਦੀ ਜਿਹੜੀ ਤੁਹਾਡੇ ਇੱਥੇ ਡਰ ਹੈ ਉਹ ਦੂਰ ਹੁੰਦਾ ਹੈ। ਅਤੇ ਅੱਗੇ ਮਹਾਰਾਜ ਕਹਿੰਦੇ ਹਨ ਭੈ ਭਰਮ ਨਾਠੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਐ। ਉਹ ਕਹਿੰਦੇ ਜਿਹੜੇ ਸਾਡੇ ਅੰਦਰ ਡਰ ਹਨ, ਸ਼ੱਕ ਹਨ, ਇਹ ਜੋ ਸਾਡੇ ਅੰਦਰ ਕਹਿ ਲਓ ਕਿ ਗੱਠ ਬੰਨੀ ਹੋਈ ਹੈ ਇਹਨਾਂ ਦੀ, ਇਹ ਕਹਿੰਦੇ ਛੁੱਟ ਜਾਂਦੀ ਹੈ, ਟੁੱਟ ਜਾਂਦੀ ਹੈ। ਫਿਰ ਜਮਾਂ ਦਾ ਡਰ ਨਹੀਂ ਰਹਿੰਦਾ, ਫਿਰ ਕੋਈ ਡਰ ਨਹੀਂ ਰਹਿੰਦਾ ਆਉਣ ਜਾਣ ਦਾ ਕਿਸੇ ਬੰਦੇ ਨੂੰ, ਕਿਉਂਕਿ ਜੋ ਸੁਖਮਨੀ ਸਾਹਿਬ 'ਚ ਲਿਖਿਆ ਹੈ ਆਵਤ ਜਾਵਤ ਜਨਮੈ ਮਰੈ, ਇਹ ਆਪਾਂ ਜੀਵਨ ਮੁਕਤ ਹੋ ਜਾਂਦੇ ਹਾਂ ਅਗਰ ਗੁਰਬਾਣੀ ਨੂੰ ਮੰਨ ਲਈਏ। ਅਤੇ ਅਗਲੀ ਲਾਈਨ ਕਹਿੰਦੀ ਹੈ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ। ਅਤੇ ਗੁਰੂ ਨਾਨਕ ਦੇਵ ਜੀ ਇਹ
ਪ੍ਰੇਅਰ ਕਰਦੇ ਹਨ, ਕਹਿੰਦੇ ਹਨ ਕਿ ਕਿਨੂੰ ਕਿ ਕਿਰਪਾ ਕਰ ਅਕਾਲ ਪੁਰਖ ਨੂੰ ਕਹਿੰਦੇ ਆ ਕਿ ਅਸੀਂ ਸਦਾ ਹੀ ਹਰ ਗੁਣ ਗਾਈਏ। ਜਿਹੜੀ ਅਸੀਂ ਸਿੱਖਿਆ ਲੈ ਰਹੇ ਹਾਂ ਤੇਰੇ ਆਪਣੇ ਸਤਿਗੁਰ ਤੋਂ ਹਰੀ ਦੀ, ਉਹ ਹਰੀ ਦੇ ਹਰ ਵੇਲੇ ਹੀ ਗੁਣ ਗਾਈਏ ਕਹਿੰਦੇ। ਇਸ ਕਰਕੇ ਹਰੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਅਕਾਲ ਪੁਰਖ ਸਭ ਤੋਂ ਹੀ ਜ਼ਿਆਦਾ ਇੰਪੋਰਟੈਂਟ ਮੰਨਿਆ ਗਿਆ ਹੈ। ਪਰ ਗੁਰੂ ਹੀ ਉਨਾ ਹੀ ਇੰਪੋਰਟੈਂਟ ਹੈ, ਕਿਉਂਕਿ ਜਦ ਤੱਕ ਅਕਾਲ ਪੁਰਖ ਅਸੀਂ ਜਾਣਾਂਗੇ ਕਿੱਦਾਂ ਜੇ ਗੁਰੂ ਨੂੰ ਨਹੀਂ, how will we know about the creator's importance if we don't learn? So therefore to learn there is a guru which talks about nothing but the creator. Guru talks about the creator and the creation as well, but mostly he states the creator. So creator is very important. Creation is part of the creator's will, you know. So anyway, ਗੁਰਬਾਣੀ ਨੂੰ ਸਮਝੀਏ। ਬਹੁਤ ਹੀ ਬੇਨਤੀ ਹੈ ਕਿ ਉਪਰਾਲਾ ਕਰੋ ਕਿ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਬਹੁਤ ਹੀ ਕੁਝ ਸਮਝਾਉਣਾ ਚਾਹ ਰਹੇ ਹਨ। ਪਤਾ ਨਹੀਂ ਅਸੀਂ ਕਿਉਂ ਦੂਰ ਹਾਂ ਗੁਰਸਿੱਖੀ ਜੀਵਨ ਤੋਂ। ਖਿਆਲ ਮੇਰਾ ਇਹ ਹੈ ਕਿ ਅਸੀਂ ਆਪ ਹੀ ਖੁਦ ਟੀਚਰ ਬਣਨਾ ਚਾਹ ਰਹੇ ਹਾਂ, ਤਾਂ ਹੀ ਅਸੀਂ ਸਕਸੈਸਫੁਲ ਨਹੀਂ ਹੋ ਰਹੇ। ਕਿਉਂਕਿ ਗੁਰਮਤਿ ਦਾ ਜੋ ਸਕੂਲ ਹੈ ਉੱਥੇ ਕੋਈ ਟੀਚਰ ਨਹੀਂ ਬਣਦਾ, ਉੱਥੋਂ ਤਾਂ ਅਸੀਂ ਤਾਂ ਹੀ ਪ੍ਰੀਚਰ ਨਾਮ ਦਿੱਤਾ ਗਿਆ ਹੈ। ਦੁਨਿਆਵੀ ਸਕੂਲ 'ਚ ਕੀ ਹੈ, ਤੁਸੀਂ ਬਾਹਰ ਜਾਂਦੇ ਹੋ, ਪੜ੍ਹਦੇ ਹੋ, ਯੂ ਗੋ ਟੂ ਦ ਸੈਕੰਡਰੀ ਸਕੂਲ, ਯੂ ਕੈਨ ਲਰਨ ਐਂਡ ਬਿਕਮ ਅ ਟੀਚਰ yourself. But in the Gurmat, you cannot become a teacher. You can only become a preacher, because the teacher is Guru, is teaching you. From the Guru you learn and you preach. You go out and tell what's happening, who is God, who is the creator. So ਇਹ ਆਪਣੇ ਦਿਮਾਗ 'ਚ ਪਾਓ ਪਹਿਲਾਂ ਕਿ ਅਸੀਂ ਹੈ ਕੌਣ ਹਾਂ। ਅਸੀਂ ਸੰਤ ਹਾਂ, ਸਾਧੂ ਹਾਂ, ਕੀ ਹਾਂ? ਇਹ ਟਾਈਟਲਾਂ ਕੀ ਹਨ? ਇਹ ਟਾਈਟਲਾਂ, ਇਹ ਜੋ ਅਵਸਥਾ ਹਨ, ਜਦੋਂ ਮਰ ਜਾਓਗੇ ਮੇਰੇ ਖਿਆਲ 'ਚ ਫਿਰ ਦੁਨੀਆ ਦੱਸ ਦੇਗੀ ਕੌਣ ਕੀ ਸੀ। ਕਿਉਂਕਿ ਬਾਕੀ ਮੇਨ ਗੱਲ ਹੈ ਆਪਣੇ ਨਾਮ ਅੱਗੇ ਟਾਈਟਲ ਤਾਂ ਅੱਗੇ, ਚਲੋ ਇਸ ਵਿਸ਼ੇ 'ਤੇ ਨਾ ਹੀ ਜਾਈਏ, ਪਰ ਕੋਸ਼ਿਸ਼ ਕਰੋ ਕਿ ਗੁਰੂ ਦੇ ਲੜ ਲੱਗੀਏ। ਆਪਣੇ ਨਾਮ ਅਤੇ ਆਪਣੀ ਜਿਹੜੀ ਇਮੇਜ ਹੈ ਇਹਦੇ ਬਾਰੇ ਬਹੁਤਾ ਫਿਕਰ ਨਾ ਕਰੀਏ, ਕਿਉਂਕਿ ਗੁਰੂ ਤਾਂ ਬਹੁਤ ਹੀ ਪਿਆਰਾ ਹੈ ਸਾਡਾ, ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਅੱਗੇ ਮੈਂ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਅਕਾਲ ਪੁਰਖ ਬਹੁਤ ਕਿਰਪਾ ਕਰ ਰਿਹਾ ਹੈ ਕਿ ਅਸੀਂ ਸਮਝਾ ਸਕੀਏ। ਚਲੋ ਆਪ ਹੁਣ ਲੜ ਲੱਗੋ, ਅੰਮ੍ਰਿਤ ਛਕੋ, ਗੁਰੂ ਦੀ ਬਾਣੀ ਸਮਝੋ, ਇਹੀ ਇੱਕ ਬੇਨਤੀ ਰਹੇਗੀ। ਅੱਗੇ ਮਨ ਮਰਜ਼ੀ, ਮੈਂ ਹਮੇਸ਼ਾ ਕਹਿੰਦਾ ਆਪ ਨੂੰ, ਤੁਹਾਡੀ ਮਨ ਮਰਜ਼ੀ, ਤੁਸੀਂ ਉਹਦੇ ਹੱਕਦਾਰ ਹੋ, ਜਿੱਦਾਂ ਮਰਜ਼ੀ ਕਰੋ, ਪਰ ਗੁਰਮਤ ਹੈ, ਮਨਮਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।